हेलो माय डियर फ्रेंड्स, आई वेलकम ऑल ऑफ यू टू विष्णु क्लासेस। ਅੱਜ ਅਸੀਂ ਦੇਖਾਂਗੇ ਕਿ ਪੰਜਾਬੀ ਦਾ ਜਿਹੜਾ ਮਾਈਕਰੋ ਸਕਿੱਲ ਹੈ ਕੁਐਸਚਨਿੰਗ ਦਾ ਲੈਸਨ ਪਲਾਨ ਕਿਸ ਤਰੀਕੇ ਨਾਲ ਬਣਦਾ ਆ। ਜਿਹੜਾ ਸਮਾਜਿਕ ਸਿੱਖਿਆ ਜਿਵੇਂ ਕਿ ਸੋਸ਼ਲ ਹੈ ਉਸਦਾ ਵੀ ਇਸੇ ਤਰੀਕੇ ਨਾਲ ਬਣਦਾ ਆ। ਸਭ ਤੋਂ ਪਹਿਲਾਂ ਜਿਹੜਾ ਆ ਰੋਲ ਨੰਬਰ ਲਿਖਿਆ ਜਾਂਦਾ ਆ ਪਿਊਪਿਲ ਟੀਚਰ ਦਾ, ਫਿਰ ਉਸ ਤੋਂ ਬਾਅਦ ਵਿਸ਼ਾ ਆਉਂਦਾ ਆ ਜਿਵੇਂ ਕਿ ਇਹਦੇ ਵਿੱਚ ਪੰਜਾਬੀ ਦਾ ਮਾਈਕਰੋ ਕੁਐਸਚਨਿੰਗ ਦਾ ਬਣਿਆ ਹੋਇਆ ਆ ਮਾਈਕਰੋ ਸਕਿੱਲ ਦਾ। ਫਿਰ ਉਸ ਤੋਂ ਬਾਅਦ ਉਪਵਿਸ਼ਾ ਕੋਈ ਵੀ ਜਿਵੇਂ ਕਿ ਹੁਣ ਇਹਦੇ ਇਸ ਵਿੱਚ ਲਿੱਤਾ ਗਿਆ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ। ਫਿਰ ਉਸ ਤੋਂ ਬਾਅਦ ਜਮਾਤ ਰਾਈਟ ਸਾਈਡ ਤੇ ਪੀਰੀਅਡ ਵੀ ਲਿਖਿਆ ਜਾਂਦਾ ਕਿ ਕਿਹੜਾ ਸੀ, ਸਮਾਂ 5 ਤੋਂ 7 ਮਿੰਟ ਤੇ ਕੌਸ਼ਲ ਕਿਹੜਾ ਸੀ, ਪਾਠ ਦਾ ਆਰੰਭੀਕਰਨ। ਠੀਕ ਹੈ, ਤੇ ਇਸੇ ਤਰੀਕੇ ਨਾਲ ਇਹਦੀਆਂ ਦੋ ਲਾਈਨਾਂ ਲੱਗ ਜਾਂਦੀਆਂ। ਸਭ ਤੋਂ ਪਹਿਲਾਂ ਵਿਦਿਆਰਥੀ ਅਧਿਆਪਕ ਕਿਰਿਆ ਤੇ ਦੂਜੇ ਵਿਦਿਆਰਥੀ ਕਿਰਿਆਵਾਂ। ਠੀਕ ਹੈ, ਵਿਦਿਆਰਥੀ ਅਧਿਆਪਕ ਕਿਰਿਆਵਾਂ ਤੇ ਵਿਦਿਆਰਥੀ ਕਿਰਿਆਵਾਂ। ਜਿਵੇਂ ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਆ ਕੁਐਸਚਨ ਬਣਿਆ ਆ ਸਾਡੇ ਦੇਸ਼ ਦਾ ਕੀ ਨਾਂ ਹੈ। ਹੁਣ ਸਾਡੇ ਦੇਸ਼ ਦਾ ਨਾਂ ਬੱਚਿਆਂ ਨੂੰ ਤੁਸੀਂ ਕੁਐਸਚਨ ਪੁੱਛੋਗੇ ਤਾਂ ਸਾਰਿਆਂ ਨੂੰ ਹੀ ਪਤਾ ਹੋਣਾ ਆ ਕਿ ਸਾਡੇ ਦੇਸ਼ ਦਾ ਕੀ ਨਾਂ ਆ, ਸਾਰੇ ਓਬਵੀਅਸਲੀ ਕਹਿਣਗੇ। ਤੇ ਇਸੇ ਲਈ ਤੁਸੀਂ ਕੀ ਕਰੋਗੇ, ਬੱਚੇ ਨੂੰ ਇਹ ਕਹੋਗੇ ਕਿ ਉਹ ਸਾਰੇ ਕਲੈਕਟਿਵਲੀ ਆਨਸਰ ਨਾ ਦੇਣ ਤੇ ਜਿਹਨੂੰ ਆਨਸਰ ਪਤਾ ਹੈ ਉਹ ਹੱਥ ਖੜਾ ਕਰਨ ਤੇ ਉਹਨਾਂ ਵਿੱਚੋਂ ਤੁਸੀਂ ਕਿਸੇ ਇੱਕ ਨੂੰ ਆਨਸਰ ਦੇਣ ਲਈ ਕਹੋਗੇ। ਸਾਰੇ ਉੱਤਰ ਇਕੱਠੇ ਬੱਚੇ ਨਾ ਦੇਣ, ਇਸ ਦਾ ਤੁਸੀਂ ਧਿਆਨ ਰੱਖੋਗੇ। ਫਿਰ ਉਸ ਤੋਂ ਬਾਅਦ ਜਿਹੜਾ ਆ ਕੁਐਸਚਨ ਆਉਂਦਾ ਆ ਭਾਰਤ ਵਿੱਚ ਕਿਹੜੇ ਕਿਹੜੇ ਧਰਮ ਪਾਏ ਜਾਂਦੇ ਹਨ। ਹੁਣ ਕੋਈ ਬੱਚਾ ਜਿਹੜਾ ਹੋ ਸਕਦਾ ਕਵੇ ਹਿੰਦੂ, ਕੋਈ ਕਵੇ ਮੁਸਲਿਮ, ਕੋਈ ਕਵੇ ਸਿੱਖ, ਕੋਈ ਕਵੇ ਈਸਾਈ। ਠੀਕ ਹੈ, ਹਰ ਇੱਕ ਬੱਚੇ ਕੋ ਤੁਸੀਂ ਜਿਹੜਾ ਆ ਹਰ ਇੱਕ ਨੂੰ ਇੱਕ ਇੱਕ ਧਰਮ ਬੋਲਣ ਨੂੰ ਕਹਿ ਸਕਦੇ ਹੋ। ਜਦੋਂ ਵੀ ਤੁਸੀਂ ਕੁਐਸਚਨਿੰਗ ਕਰਨੀ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੁਐਸਚਨ ਸਿਰਫ ਇੱਕ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ 3-4 ਕੁਐਸਚਨ ਇਕੱਠੇ ਪੁੱਛ ਲਏ। ਫਿਰ ਉਸ ਤੋਂ ਬਾਅਦ ਹਾਂ ਜਾਂ ਨਾ ਦੇ ਵਿੱਚ ਕੋਈ ਪ੍ਰਸ਼ਨ ਨਹੀਂ ਹੋਣਾ ਚਾਹੀਦਾ, ਜਾਂ ਫਿਰ ਕੋਈ ਇੱਦਾਂ ਦੀ ਭਾਸ਼ਾ ਨਹੀਂ ਯੂਜ਼ ਕੀਤੀ ਜਾਣੀ ਚਾਹੀਦੀ, ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ ਜਿਸਦਾ ਬੱਚੇ ਨੂੰ ਪਤਾ ਨਾ ਲੱਗੇ। ਜਿਵੇਂ ਬਹੁਤ ਜ਼ਿਆਦਾ ਡਿਫਿਕਲਟ ਜਾਂ ਔਖੇ ਵਰਡ ਜਿਹੜੇ ਹੈ ਉਹਨਾਂ ਨੂੰ ਵੀ ਉਹਨਾਂ ਦਾ ਵੀ ਪ੍ਰਯੋਗ ਨਹੀਂ ਕਰਨਾ। ਫਿਰ ਉਸ ਤੋਂ ਬਾਅਦ ਜਿਵੇਂ ਇਹਦੇ ਵਿੱਚ ਕੁਐਸਚਨ ਹੈਗਾ ਆ ਸਿੱਖਾਂ ਦੇ ਨਾਲ ਸੰਬੰਧਿਤ ਕਿਹੜਾ ਧਰਮ ਹੈ, ਤੇ ਓਬਵੀਅਸਲੀ ਇਹ ਬੱਚੇ ਨੂੰ ਪਤਾ ਹੀ ਹੋਊਗਾ ਸਿੱਖਾਂ ਦੇ ਨਾਲ ਸੰਬੰਧਿਤ ਕਿਹੜਾ ਧਰਮ ਹੈ, ਸਿੱਖਾਂ ਦੇ ਨਾਲ। ਇਸੇ ਤਰੀਕੇ ਦੇ ਨਾਲ ਤੁਸੀਂ ਅੱਗੇ ਤੋਂ ਅੱਗੇ ਕੁਐਸਚਨ ਪੁੱਛਦੇ ਜਾਓਗੇ। ਜਦੋਂ ਵੀ ਤੁਸੀਂ ਕੁਐਸਚਨ ਪੁੱਛੋ ਤੁਹਾਡੀ ਆਵਾਜ਼ ਜਿਹੜੀ ਹੈ ਬੱਚੇ ਨੂੰ ਸੁਣਦੀ ਹੋਣੀ ਚਾਹੀਦੀ, ਆਡੀਬਲ ਹੋਣੀ ਚਾਹੀਦੀ ਹੈ। ਤੇ ਜਿੱਦਾਂ ਆਡੀਬਲ ਹੋਣੀ ਚਾਹੀਦੀ ਉਸੇ ਤਰੀਕੇ ਦੇ ਨਾਲ ਜਿਹੜਾ ਕੁਐਸਚਨ ਤੁਸੀਂ ਪੁੱਛਣਾ ਆ ਉਹ ਵੀ ਕਰੈਕਟ ਹੋਣਾ ਚਾਹੀਦਾ, ਸੈਂਟੈਂਸ ਵੀ ਕਰੈਕਟ ਹੋਣਾ ਚਾਹੀਦਾ ਆ। ਤੇ ਕੁਐਸਚਨ ਦਾ ਜਿਹੜਾ ਆ ਉਹ ਉਸਨੂੰ ਇੱਕ ਹੀ ਜਿਹੜਾ ਕੁਐਸਚਨ ਹੈ ਤੁਸੀਂ ਇੱਕ ਟਾਈਮ 'ਤੇ ਪੁੱਛਣਾ, 4-5 ਕੁਐਸਚਨਾਂ ਨੂੰ ਜਾਂ 1-2 ਕੁਐਸਚਨਸ ਨੂੰ ਮਿਕਸ ਕਰਕੇ ਨਹੀਂ ਪੁੱਛਣਾ, ਬੱਚਿਆਂ ਨੂੰ ਕਨਫਿਊਜ਼ ਨਹੀਂ ਕਰਨਾ। ਹੁਣ ਜਿਵੇਂ ਅਗਲਾ ਪ੍ਰਸ਼ਨ ਹੈ ਇਹਦੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਕੀ ਕਹਿੰਦੇ ਹਨ। ਠੀਕ ਹੈ, ਉਹ ਬੱਚਾ ਕਹੇਗਾ ਗੁਰਦੁਆਰਾ ਸਿੱਖਾਂ ਦਾ ਧਾਰਮਿਕ ਸਥਾਨ ਹੈ। ਹੁਣ ਕੁਐਸਚਨ ਜਿਹੜਾ ਉਹਦਾ ਸੈਂਟੈਂਸ ਫਾਰਮੇਸ਼ਨ ਵੀ ਸਹੀ ਹੋਣਾ ਚਾਹੀਦਾ। ਕਈ ਵਾਰੀ ਬੱਚਿਆਂ ਦਾ ਸੈਂਟੈਂਸ ਫਾਰਮੇਸ਼ਨ ਹੀ ਨਹੀਂ ਸਹੀ ਹੁੰਦਾ, ਇਸ ਦਾ ਵੀ ਤੁਸੀਂ ਧਿਆਨ ਰੱਖਣਾ ਆ। ਫਿਰ ਉਸ ਤੋਂ ਬਾਅਦ ਹੈਗਾ ਆ ਸਿੱਖਾਂ ਦੇ ਕੁੱਲ ਕਿੰਨੇ ਗੁਰੂ ਹੋਏ ਸਨ। ਦੇਖੋ ਹਰ ਇੱਕ ਕੁਐਸਚਨ ਜਿਹੜਾ ਹੈ ਇੱਕ ਪ੍ਰਸ਼ਨ ਹੀ ਪੁੱਛਿਆ ਗਿਆ, ਸਾਫ਼ ਆ, ਬੱਚੇ ਨੂੰ ਸਮਝ ਆ ਰਿਹਾ ਆ। ਇੱਦਾਂ ਨਹੀਂ ਆ ਕਿ ਹਾਂ ਜਾਂ ਨਾ ਦੇ ਵਿੱਚ ਆ, ਇੱਦਾਂ ਵੀ ਨਹੀਂ ਆ ਕਿ 2 ਕੁਐਸਚਨ ਇਕੱਠੇ ਪੁੱਛੇ ਗਏ ਆ, ਤੇ ਇਹ ਵੀ ਨਹੀਂ ਹੈਗਾ ਕਿ ਬੱਚੇ ਨੂੰ ਸਮਝ ਨਹੀਂ ਆ ਰਿਹਾ ਕਿ ਕੁਐਸਚਨ ਕੀ ਪੁੱਛ ਰਿਹਾ, ਕੁਐਸਚਨ ਕਲੀਅਰ ਵੀ ਹੈ। ਠੀਕ ਹੈ, ਤੇ ਇਸ ਵਿੱਚ ਇਹ ਵੀ ਦੇਖਿਆ ਜਾਣਾ ਚਾਹੀਦਾ ਆ ਕਿ ਤੁਹਾਡੀ ਭਾਸ਼ਾ ਜੋ ਵੀ ਤੁਸੀਂ ਬੋਲ ਰਹੇ ਹੋ ਲੈਂਗੁਏਜ ਵੀ ਸਹੀ ਹੋਣੀ ਚਾਹੀਦੀ ਆ, ਪਲੱਸ ਬੱਚਿਆਂ ਨੂੰ ਸੁਣਦਾ ਹੋਣਾ ਚਾਹੀਦਾ, ਕਲਾਸਰੂਮ ਦੇ ਵਿੱਚ ਆਡੀਬਲ ਹੋਣਾ ਚਾਹੀਦੇ ਹੋ ਤੁਸੀਂ। ਫਿਰ ਉਸ ਤੋਂ ਬਾਅਦ ਹੈਗਾ ਆ ਸਿੱਖਾਂ ਦੇ ਕੁੱਲ ਕਿੰਨੇ ਗੁਰੂ ਹੋਏ ਸਨ, ਤੇ ਫਿਰ ਉਹ ਦੱਸਣਗੇ ਕਿ ਸਿੱਖਾਂ ਦੇ ਕੁੱਲ 10 ਗੁਰੂ ਹੋਏ ਸਨ। ਫਿਰ ਉਸ ਤੋਂ ਬਾਅਦ ਹੈਗਾ ਸਿੱਖਾਂ ਦੀ ਧਾਰਮਿਕ ਪੁਸਤਕ ਦਾ ਨਾਂ ਦੱਸੋ। ਠੀਕ ਹੈ, ਤੁਸੀਂ ਇਹ ਵੀ ਕੁਐਸਚਨ ਲਿਖ ਸਕਦੇ ਹੋ ਸਿੱਖਾਂ ਦੀ ਕਿਸੇ ਧਾਰਮਿਕ ਪੁਸਤਕ ਦਾ ਨਾਂ ਦੱਸੋ, ਕਿਉਂਕਿ ਹੋਰ ਵੀ ਹੋ ਸਕਦੀ ਹੈ। ਤੇ ਗੁਰੂ ਜ਼ਿਆਦਾ ਪ੍ਰਸਿੱਧ ਜਿਹੜੀ ਕਿਹੜੀ ਹੋਈ ਸੀ, ਗੁਰੂ ਗ੍ਰੰਥ ਸਾਹਿਬ ਜੀ। ਫਿਰ ਉਸ ਤੋਂ ਬਾਅਦ ਪ੍ਰਸ਼ਨ ਹੈ ਗੁਰੂ ਗ੍ਰੰਥ ਸਾਹਿਬ ਕਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ 2 ਕੁਐਸਚਨ ਪੁੱਛੇ ਗਏ ਆ ਕਿ ਕਿਹੜੇ ਵਿੱਚ ਲਿਖਿਆ ਗਿਆ ਤੇ ਲਿਪੀ ਕਿਹੜੀ ਹੈ। ਤੁਸੀਂ ਇੱਦਾਂ ਪ੍ਰਸ਼ਨ ਨਹੀਂ ਪੁੱਛਣੇ, ਤੁਸੀਂ ਇੱਕ ਪ੍ਰਸ਼ਨ ਇੱਕ ਟਾਈਮ 'ਤੇ ਪੁੱਛਣਾ ਆ। ਪਹਿਲਾਂ ਤੁਸੀਂ ਪ੍ਰਸ਼ਨ ਪੁੱਛੋਗੇ ਗੁਰੂ ਗੁਰੂ ਗ੍ਰੰਥ ਸਾਹਿਬ ਕਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ, ਇੱਕ ਪ੍ਰਸ਼ਨ ਹੋ ਜਾਏਗਾ। ਤੇ ਫਿਰ ਅਗਲਾ ਹੀ ਪ੍ਰਸ਼ਨ ਤੁਸੀਂ ਪੁੱਛ ਸਕਦੇ ਹੋ ਕਿ ਇਸ ਦੀ ਲਿਪੀ ਕਿਹੜੀ ਹੈ। ਤੇ ਇਸ ਤੋਂ ਤੁਹਾਨੂੰ ਕਲੀਅਰ ਹੁੰਦਾ ਆ 2 ਕੁਐਸਚਨ ਤੁਸੀਂ ਇਕੱਠੇ ਨਹੀਂ ਪੁੱਛਣੇ, ਇੱਕ ਕੁਐਸਚਨ ਜਿਹੜੀ ਲੈਂਗੁਏਜ ਉਹਦੀ ਸਹੀ ਹੋਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਸਾਰਾ ਸੁਣਦਾ ਹੋਣਾ ਚਾਹੀਦਾ ਆ, ਤੇ ਟੌਪਿਕ ਦੇ ਰਿਲੇਟਡ ਜਿਹੜਾ ਆ ਹੋਣਾ ਚਾਹੀਦਾ। ਹਾਂ ਤੇ ਨਾ ਦੇ ਵਿੱਚ ਪ੍ਰਸ਼ਨ ਨਹੀਂ ਹੋਣੇ ਚਾਹੀਦੇ। ਠੀਕ ਹੈ, ਇੱਕ ਤੁਹਾਡਾ ਪ੍ਰਸ਼ਨ ਬਣ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ। ਫਿਰ ਤੁਹਾਡਾ ਪ੍ਰਸ਼ਨ ਬਣ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਪੀ ਕਿਹੜੀ ਹੈ, ਤੇ ਇਸੇ ਤਰੀਕੇ ਨਾਲ ਉਹ ਦੱਸ ਦੇਣਗੇ ਕਿ ਗੁਰਮੁਖੀ ਲਿਪੀ ਹੈ ਤੇ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਹੈ, ਉਹ ਵੀ ਉਹ ਦੱਸ ਦੇਣਗੇ ਕਿ ਪੰਜਾਬੀ ਭਾਸ਼ਾ ਵਿੱਚ
लिखा गया है। फिर उस तो बाद क्वेश्चन हैगा है श्री गुरु ग्रंथ साहिब जी की संपादना किस गुरु साहिबान जी ने की थी। ठीक है, ये क्वेश्चन सही है। पहला क्वेश्चन जिहड़ा सीगा वो 2 दिते सी, वो तुसी कल्ला कल्ला कर लेना आ। फिर उस तो बाद जिहड़ा आ अपने अकॉर्डिंगली इदां ही तुसी आह कॉपी नहीं करना, इनू सिर्फ समझना आ ते बाकी लैसन प्लान तुसी अपने अकॉर्डिंगली बनाने आ। हुण किने संपादना की सी, बच्चे आंसर देंगे कि श्री गुरु ग्रंथ साहिब जी की संपादना श्री गुरु अर्जुन देव जी ने ਕੀਤੀ ਸੀ। ਹੁਣ ਇਸ ਤੋਂ ਬਾਅਦ ਤੁਸੀਂ ਕੀ ਬਣਾਉਣਾ ਹੈ, ਬਹੁਤ ਹੀ ਇੰਪੋਰਟੈਂਟ ਆ। ਸਭ ਤੋਂ ਪਹਿਲਾਂ ਇਹਦੇ ਵਿੱਚ ਨਿਰੱਖਣ ਤੱਤ ਲਿਖਣੇ ਆ, ਨਿਰੱਖਣ ਤਾਲਿਕਾ ਵੀ ਬਣਾਉਣੀ ਆ ਤੇ ਉਹਦੀ ਦਰਜਾਬੰਦੀ ਜਿਹੜੀ ਹੈ ਉਹ 0 ਤੋਂ 6 ਤੱਕ ਹੁੰਦੀ ਆ, ਮਤਲਬ 0 1 2 3 4 5 ਐਂਡ 6। ਇਹਦੇ ਵਿੱਚ 2 ਤਰ੍ਹਾਂ ਦੇ ਪ੍ਰਸ਼ਨ ਹੁੰਦੇ ਆ, ਇੱਕ ਹੈ ਇੱਛਿਤ ਵਿਵਹਾਰ ਤੇ ਇੱਕ ਹੈਗਾ ਆ ਅਨਇੱਛਿਤ ਵਿਵਹਾਰ। ਇੱਛਿਤ ਵਿਵਹਾਰ ਕੀ ਹੈ ਕਿ ਜੋ ਅਸੀਂ ਟੀਚਰ ਦਾ ਚਾਹੁੰਦੇ ਹਾਂ ਕਿ ਨਿਰੰਤਰਤਾ ਰਹੇ, ਵੱਧ ਤੋਂ ਵੱਧ ਜਿਹੜਾ ਗਿਆਨ ਦਾ ਬੱਚਿਆਂ ਦਾ ਵਾਧਾ ਹੋਵੇ, ਢੁਕਵੇਂ ਸਾਧਨ ਵਰਤੇ, ਸ਼ਬਦ ਸਹੀ ਹੋਣ। ਤੇ ਅਨਿੱਛਿਤ ਵਿਵਹਾਰ ਕੀ ਹੈ ਕਿ ਅਸਪਸ਼ਟ ਕਥਨ ਬੱਚਿਆਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ, ਵਿਆਖਿਆ ਦੀ ਪ੍ਰਭਾਵਸ਼ੀਲਤਾ ਵਿੱਚ ਕਮੀ ਤੇ ਅਸਪਸ਼ਟ ਸ਼ਬਦ। ਠੀਕ ਹੈ, ਤੁਸੀਂ ਧਿਆਨ ਨਾਲ ਕਰਨਾ ਆ ਕਿ ਵਿਦਿਆਰਥੀਆਂ ਦੇ ਗਿਆਨ ਦੀ ਵੱਧ ਤੋਂ ਵੱਧ ਵਰਤੋਂ ਹੋਵੇ, ਢੁਕਵੇਂ ਸਾਧਨ ਦੀ ਵਰਤੋਂ ਹੋ ਸਕੇ ਤੇ क्वेश्चन जोड़े आ कंटीन्यूटी रहन। जिवें तुसी पहला गुरु नानक देव जी बारे पुछ रहे हो, उन्होंने जीवन बारे पुछ रहे हो, फिर उस तो बाद जोड़ा आ उन्होंने पढ़ाई बारे पुछोगे, सच्चे सौदे बारे पुछोगे, फिर हौली हौली उन्होंने विआह बारे पुछोगे, है ना। इसी तरीके दे नाल अगे तो अगे लगातार जोड़ा निरंतरता बनी रहनी चाहिए है। फिर उस तो बाद है शाब्दिक ते अशाब्दिक दी सार्थकता। ਤੁਸੀਂ ਜਿਹੜੇ ਵੀ ਸ਼ਬਦ ਲਿਖਣੇ ਆ ਪੁੱਛਣੇ ਆ ਬੱਚਿਆਂ ਨੂੰ, ਉਹਦੀ ਸਾਰਥਕਤਾ ਹੋਣੀ ਚਾਹੀਦੀ ਹੈ, ਉਸ ਟੌਪਿਕ ਨਾਲ ਰਿਲੇਟਡ ਹੋਣਾ ਚਾਹੀਦਾ ਆ। ਅਨਿਸ਼ਚਿਤ ਵਿਵਹਾਰ ਕੀ ਹੈ ਕਿ ਕੋਈ ਅਸਪਸ਼ਟ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਫਿਰ ਉਸ ਤੋਂ ਬਾਅਦ ਹੈਗਾ ਆ ਕਿ ਵਿਆਖਿਆ ਦੀ ਪ੍ਰਭਾਵਸ਼ੀਲਤਾ ਵਿੱਚ ਕਮੀ। ਇੱਦਾਂ ਵੀ ਨਹੀਂ ਹੋਣਾ ਚਾਹੀਦਾ ਕਿ ਟੀਚਰ ਜੋ ਸਮਝਾ ਰਿਹਾ ਉਹਨੂੰ ਉਹ ਐਕਸਪਲੇਨ ਹੀ ਨਹੀਂ ਕਰ ਪਾ ਰਿਹਾ, ਉਹਦੀ ਉਹ ਵਿਆਖਿਆ ਹੀ ਨਹੀਂ ਕਰ ਪਾ ਰਿਹਾ, ਇੱਦਾਂ ਵੀ ਨਹੀਂ ਹੋਣਾ ਚਾਹੀਦਾ। ਅਤੇ ਫਿਰ ਉਸ ਤੋਂ ਬਾਅਦ ਜਿਹੜੇ ਆ ਅਸਪਸ਼ਟ ਜਿਹੜੇ ਸ਼ਬਦ ਹੈ ਉਹਨਾਂ ਦੀ ਵਿਆਖਿਆ ਜਿਹੜੀ ਹੈ, ਰਚਨਾ ਵਿਆਖਿਆ ਮਤਲਬ ਕਿ ਉਹ ਸਹੀ ਨਹੀਂ ਕਰਨਾ। ਅਸਪਸ਼ਟ ਸ਼ਬਦ ਹੋਣਾ ਜਿਹੜੀ ਹੈ ਇਹ ਵੀ ਇੱਕ ਅਨਇੱਛਿਤ ਵਿਵਹਾਰ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਕੀ ਆਏਗਾ, ਨਿਰੱਖਣ ਦੀ ਟਿੱਪਣੀ। ਫਿਰ ਉਸ ਤੋਂ ਬਾਅਦ ਜਿਹੜਾ ਆ ਸਮੁੱਚਾ ਮੁਲਾਂਕਣ ਤੇ ਨਿਰੱਖਣ ਦੇ ਹਸਤਾਖਰ। ਇਸੇ ਤਰੀਕੇ ਦੇ ਨਾਲ ਜਿਹੜਾ ਆ ਤੁਹਾਡਾ ਮਾਈਕਰੋ ਸਕਿੱਲ ਦੇ ਵਿੱਚ ਜਿਹੜਾ ਕੁਐਸਚਨਿੰਗ ਸਕਿੱਲ ਹੈ ਉਹ ਬਣਦੀ ਹੈ। ਸਭ ਤੋਂ ਪਹਿਲਾਂ ਤੁਸੀਂ ਕੁਝ ਪ੍ਰਸ਼ਨ ਪੁੱਛੋਗੇ, 7 ਤੋਂ 8 ਪ੍ਰਸ਼ਨ ਪੁੱਛ ਸਕਦੇ ਹੋ। ਫਿਰ ਉਸ ਤੋਂ ਬਾਅਦ ਜਿਹੜਾ ਆ ਤੁਸੀਂ ਆਹ ਨਿਰੱਖਣ ਤਾਲਿਕਾ ਬਣਾਓਗੇ ਜਿਹਦੇ ਵਿੱਚ इच्छित और अनिच्छित व्यवहार तुसी लिखोगे। So hope you like this. Please like, subscribe and share this channel for more and more videos. Thank you.